ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 61ਵੇਂ ਵਿੱਚ ਅੱਜ ਆਪਾਂ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਨ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਭਾਈ ਮਤੀ ਦਾਸ ਜੀ ਸ਼ਹੀਦ ਹੋ ਕੇ ਗੁਰਾਂ ਦੀ ਪੁਰੀ ਵਿੱਚ ਚਲੇ ਗਏ ਸਨ। ਉਹਨਾਂ ਤੋਂ ਬਾਅਦ ਸਿੱਖਾਂ ਦੇ ਹਿਰਦੇ ਬਹੁਤ ਡਰ ਗਏ। ਗੁਰੂ ਜੀ ਦੀ ਆਗਿਆ ਲੈ ਕੇ ਰਾਤ ਨੂੰ 3 ਸਿੱਖ ਨਿਕਲ ਗਏ ਸਨ। ਫਿਰ ਪ੍ਰਭਾਤ ਹੋ ਗਈ। ਰਾਤ ਨੂੰ ਕੋਈ ਵੀ ਸਿਪਾਹੀ ਨਾ ਵੇਖ ਸਕਿਆ। ਜਦ ਸੂਰਜ ਚੜ੍ਹਿਆ ਤਾਂ ਵੇਖਿਆ ਕਿ 3 ਕੈਦੀ ਕਿਸ ਸਮੇਂ ਨਿਕਲ ਗਏ ਹਨ। ਦਰਵਾਜ਼ੇ ਅਤੇ ਬੂਹੇ ਸਾਰੇ ਬੰਦ ਹਨ। ਸੰਗਲਾਂ ਸਹਿਤ ਤਾਲੇ ਅਸੀਂ ਖੋਲ੍ਹੇ ਹਨ। ਉਤਰੀਆਂ ਹੋਈਆਂ ਬੇੜੀਆਂ ਅਸੀਂ ਵੇਖੀਆਂ ਹਨ। ਬਹੁਤ ਹੈਰਾਨ ਹੋਏ ਕਿ ਸਾਡੀ ਸਾਰੀ ਮੱਤ ਮਾਰੀ ਗਈ ਹੈ। ਵੇਖਣ ਨਾਲ ਕਿਤੇ ਵੀ ਖੋਜ ਦਿਖਾਈ ਨਹੀਂ ਦਿੰਦਾ ਹੈ। ਹੇ ਖੁਦਾ, ਇਹ ਕੀ ਅਸਚਰਜ ਕਾਰਜ ਕੀਤਾ ਹੈ। ਦਰੋਗਾ ਦੌੜਦਾ ਹੋਇਆ ਚੱਲ ਕੇ ਆਇਆ। ਇੱਧਰ ਉੱਧਰ ਵੇਖ ਕੇ ਬਹੁਤ ਡਰ ਗਿਆ। ਕਿਵੇਂ ਨਿਕਲ ਗਏ ਅਸਚਰਜ ਮੰਨਦਾ ਸੀ। ਤਦ ਫਿਰ ਸਤਿਗੁਰੂ ਜੀ ਨੂੰ ਪੁੱਛਿਆ, ਤੁਹਾਡੇ ਸਾਥੀ ਕਿੱਥੇ ਚਲੇ ਗਏ ਹਨ? ਸਾਨੂੰ ਦੱਸ ਦਿਓ, ਨਹੀਂ ਤਾਂ ਬਾਦਸ਼ਾਹ ਗੁੱਸੇ ਵਿੱਚ ਆ ਜਾਏਗਾ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਉਹਨਾਂ ਨੂੰ ਖੁਦਾ ਲੈ ਗਿਆ ਹੈ। ਤੁਹਾਡੇ ਪਾਸੋਂ ਕੋਈ ਦੁੱਖ ਨਹੀਂ ਸੀ ਪਾਉਣਾ ਤੇ ਉਹਨਾਂ ਨਾਲ ਤੁਹਾਡਾ ਕੀ ਕੰਮ ਹੈ। ਬਾਦਸ਼ਾਹ ਨੇ ਕੇਵਲ ਸਾਨੂੰ ਫੜਿਆ ਹੈ। ਅਸੀਂ ਬੈਠੇ ਹਾਂ, ਜਿਵੇਂ ਚਾਹੇ ਕਰੋ। ਸੇਵਕਾਂ ਦੇ ਜਾਣ 'ਤੇ ਕਿਉਂ ਦਿਲ ਵਿੱਚ ਡਰਦੇ ਹੋ? ਇਹ ਸੁਣ ਕੇ ਨੌਰੰਗੇ ਨੂੰ ਖਬਰ ਦਿੱਤੀ, ਰਾਤ ਸਮੇਂ 3 ਸਿੱਖ ਕੈਦ ਵਿੱਚੋਂ ਨਿਕਲ ਗਏ ਹਨ। ਤਾਲੇ ਅਤੇ ਦਰਵਾਜ਼ੇ ਬੰਦ ਹੀ ਰਹਿ ਗਏ ਹਨ। ਕਿਸੇ ਪਹਿਰੇਦਾਰ ਨੇ ਵੀ ਵੇਖੇ ਨਹੀਂ ਹਨ। ਇਸ ਤਰ੍ਹਾਂ ਸੁਣ ਕੇ ਨੌਰੰਗੇ ਨੇ ਬੜਾ ਗੁੱਸਾ ਕੀਤਾ ਤੇ ਦਰੋਗੇ ਨੂੰ ਕਹਿਣ ਲੱਗਾ, ਉਹਨਾਂ ਦੇ ਨਾਲ ਕੋਈ ਸਿਪਾਹੀ ਮਿਲਿਆ ਹੈ। ਧਨ ਵਾਸਤੇ ਉਸਨੇ ਮਨ ਵਿੱਚ ਲੋਭ ਕੀਤਾ ਹੈ। ਤੈਨੂੰ ਮੈਂ ਜੱਲਾਦਾਂ ਤੋਂ ਮਰਵਾਵਾਂਗਾ ਤੇ ਤੇਰੇ ਦੋਸ਼ ਦਾ ਭੇਦ ਪਾ ਲਵਾਂਗਾ। ਜਮਾਦਾਰ ਬਹੁਤ ਡਰ ਕੇ ਹੱਥ ਜੋੜ ਕੇ ਕਹਿਣ ਲੱਗਾ, ਦੋਸ਼ੀ ਸਮਝ ਕੇ ਨਾਸ਼ ਕਰ ਦਿਓ ਤੇ ਪਰਿਵਾਰ ਸਹਿਤ ਫਾਂਸੀ ਦੇ ਦਿਓ। ਪਰ ਉੱਥੇ ਕੀ ਕਰੀਏ ਜਿਨ੍ਹਾਂ ਪਾਸ ਕਰਾਮਾਤ ਹੈ। ਇਹ ਸੁਣ ਕੇ ਨੌਰੰਗਾ ਬਹੁਤ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ, ਇੱਕ ਮਜ਼ਬੂਤ ਲੋਹੇ ਦਾ ਪਿੰਜਰਾ ਲਵੋ ਤੇ ਉਸ ਦੇ ਵਿੱਚ ਹਿੰਦੂਆਂ ਦੇ ਗੁਰੂ ਨੂੰ ਬਿਠਾਓ ਤੇ ਸੰਗਲ ਮਾਰ ਕੇ ਤਾਲੇ ਲਾ ਦਿਓ। ਚੌਕਸ ਖੜੇ ਰਹਿ ਕੇ ਉਸ ਨੂੰ ਤੰਗ ਕਰੋ ਅਤੇ 8 ਪਹਿਰ ਆਪਣੀ ਦ੍ਰਿਸ਼ਟੀ ਵਿੱਚ ਰੱਖੋ। ਐਸਾ ਨਾ ਹੋਵੇ ਕਿ ਨਿਕਲ ਕੇ ਚਲੇ ਜਾਣ। ਇਸ ਤੋਂ ਬਗੈਰ ਜੱਗ ਵਿੱਚ ਸ਼ਰ੍ਹਾ ਨਹੀਂ ਚੱਲੇਗੀ। ਇੱਕ ਉਮਰਾਵ ਨੂੰ ਉਸ ਦੇ ਨਾਲ ਭੇਜ ਦਿੱਤਾ। ਉਹ ਗੁਰੂ ਜੀ ਦੇ ਪਾਸ ਆ ਕੇ ਕਹਿਣ ਲੱਗਾ, ਕਿਉਂ ਬਾਦਸ਼ਾਹ ਦੇ ਨਾਲ ਹੱਠ ਧਾਰਨ ਕਰਦੇ ਹੋ? ਜਿਹੜਾ ਵੱਡਾ ਹਠੀ ਸਾਰੇ ਜਗਤ ਦਾ ਮਾਲਕ ਹੈ। ਸ਼ਰ੍ਹਾ ਨੂੰ ਮੰਨੋ, ਉਹ ਵਡਿਆਈ ਦੇਵੇਗਾ, ਨਹੀਂ ਤਾਂ ਤੁਹਾਨੂੰ ਪਿੰਜਰੇ ਵਿੱਚ ਪਾ ਦੇਵੇਗਾ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਜਿਸ ਦਾ ਜਿਹੜਾ ਧਰਮ ਹੈ ਉਹ ਧਰਮ ਉਸ ਨੂੰ ਪਿਆਰਾ ਹੈ, ਉਹ ਉਸ ਧਰਮ ਨੂੰ ਨਿਭਾਉਂਦਾ ਹੈ। ਅਸੀਂ ਤਾਂ ਕਦੀ ਵੀ ਇਸ ਨੂੰ ਨਹੀਂ ਮੰਨਾਂਗੇ। ਜਿਵੇਂ ਵੀ ਉਹ ਕਰਦਾ ਹੈ ਉਸ ਨੂੰ ਕਰਨ ਦਿਓ। ਤੁਰਕਾਂ ਦੇ ਤੇਜ ਦਾ ਹੁਣ ਅੰਤ ਆ ਗਿਆ ਹੈ, ਜਿਸ ਕਰਕੇ ਐਸਾ ਕਰਨ ਵਾਸਤੇ ਉਸ ਦੇ ਮਨ ਨੂੰ ਭਰਮਾਇਆ ਹੈ। ਤੁਹਾਡੀ ਨੀਂਹ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਾਗਰ ਵਿੱਚ ਸੁੱਟ ਦਿਆਂਗੇ। ਫਿਰ ਤੁਹਾਡਾ ਜੱਗ ਵਿੱਚ ਰਾਜ ਨਹੀਂ ਰਹੇਗਾ। ਐਸੀ ਵਿਧੀ ਨਾਲ ਉਸ ਦਾ ਨਾਸ਼ ਕਰਾਂਗੇ। ਇਹ ਸੁਣ ਕੇ ਫਿਰ ਪਿੰਜਰਾ ਮੰਗਵਾਇਆ। ਪੈਰਾਂ ਦੀਆਂ ਜੰਜੀਰਾਂ ਸਹਿਤ ਗੁਰੂ ਜੀ ਨੂੰ ਪਿੰਜਰੇ ਵਿੱਚ ਬਿਠਾ ਦਿੱਤਾ ਤੇ ਸੰਗਲ ਬੰਦ ਕਰਕੇ ਤਾਲਾ ਲਾ ਦਿੱਤਾ। ਸਤਿਗੁਰੂ ਜੀ ਦਾ ਚਿਹਰਾ ਇੱਕ ਰਸ ਸ਼ੋਭ ਰਿਹਾ ਸੀ। ਜਦ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਪਾ ਦਿੱਤਾ ਤਾਂ ਸਭ ਦੀ ਤਸੱਲੀ ਹੋ ਗਈ। ਬਾਬਾ ਗੁਰਦਿੱਤਾ ਜੀ ਬੇੜੀਆਂ ਸਹਿਤ ਗੁਰੂ ਜੀ ਦੀ ਸੇਵਾ ਕਰ ਰਹੇ ਸਨ, ਜਿਵੇਂ ਗੁਰੂ ਜੀ ਫਰਮਾਉਂਦੇ ਸਨ। ਬਹੁਤ ਸਖਤੀ ਕਰ ਰਹੇ ਸਨ ਤੇ ਦਰੋਗਾ ਵੀ ਪਾਸ ਆ ਕੇ ਰਹਿ ਪਿਆ। ਰਾਤ ਸਮੇਂ ਵੀ ਗੁਰੂ ਜੀ ਦੇ ਪਾਸ ਹੀ ਵਿਸ਼ਰਾਮ ਕਰਦਾ ਸੀ। ਉਹ ਸੁੱਤੇ ਹੋਏ ਮਨੁੱਖਾਂ ਨੂੰ ਜਗਾਉਂਦਾ ਸੀ ਤੇ ਉਸ ਦੀ ਆਪਣੀ ਨੀਂਦ ਜਾਂਦੀ ਰਹੀ ਸੀ। 5 ਦਿਨਾਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭੇਜਿਆ ਸਿੱਖ ਉੱਥੇ ਪਹੁੰਚ ਗਿਆ ਤੇ ਉਹ ਆ ਕੇ ਭਾਈ ਗੁਰਦਿੱਤਾ ਜੀ ਨੂੰ ਮਿਲਿਆ। ਸਤਿਗੁਰੂ ਜੀ ਦੇ ਸਪੁੱਤਰ ਬਾਰੇ ਸਾਰੀ ਖਬਰ ਸੁਣਾਈ। ਮੈਨੂੰ ਹੁਣ ਮਿਲਣ ਦੀ ਅਭਿਲਾਸ਼ਾ ਹੈ। ਮਾਤਾ ਨਾਨਕੀ ਜੀ ਨੇ ਸੰਦੇਸ਼ ਕਹੇ ਹਨ। ਸਾਰਾ ਪਰਿਵਾਰ ਵਿਸ਼ੇਸ਼ ਤੌਰ 'ਤੇ ਵੱਡੀ ਚਿੰਤਾ ਸਹਿਤ ਹੈ। ਉਹ ਸਭ ਕੁਝ ਮੈਂ ਗੁਰੂ ਜੀ ਨੂੰ ਸੁਣਾਉਣਾ ਚਾਹੁੰਦਾ ਹਾਂ। ਕਿਵੇਂ ਮੇਲ ਹੋ ਸਕਦਾ ਹੈ? ਕੋਈ ਉਪਾਅ ਦੱਸੋ।
ਭਾਈ ਗੁਰਦਿੱਤੇ ਜੀ ਨੇ ਫਿਰ ਸਿੱਖ ਨੂੰ ਕਿਹਾ, ਬਾਅਦ ਵਿੱਚ ਕਹਾਂਗਾ, ਪਹਿਲਾਂ ਗੁਰੂ ਜੀ ਦੀ ਮਰਜ਼ੀ ਜਾਣ ਲਵਾਂ। ਬਾਹਰ ਕਿਤੇ ਨੇੜੇ ਹੀ ਸਿੱਖ ਨੂੰ ਠਹਿਰਾ ਦਿੱਤਾ। ਇੱਕ ਸਿਪਾਹੀ ਭਾਈ ਗੁਰਦਿੱਤੇ ਦੇ ਨਾਲ ਗੁਰੂ ਜੀ ਨੂੰ ਵੇਖਦਾ ਰਹਿੰਦਾ ਸੀ। ਭਾਈ ਗੁਰਦਿੱਤਾ ਗੁਰੂ ਜੀ ਦੀ ਸੇਵਾ ਵਾਸਤੇ ਇੱਧਰ ਉੱਧਰ ਵੇਖਦਾ ਰਹਿੰਦਾ ਹੈ, ਪੈਰਾਂ ਦੀਆਂ ਜੰਜੀਰਾਂ ਸਹਿਤ ਸਭ ਕੰਮ ਕਰਦਾ ਹੈ। ਭਾਈ ਗੁਰਦਿੱਤਾ ਫਿਰ ਗੁਰੂ ਜੀ ਦੇ ਪਾਸ ਗਿਆ, ਇੱਕ ਸਿੱਖ ਦੇ ਆਉਣ ਬਾਰੇ ਗੁਰੂ ਜੀ ਨੂੰ ਸੁਣਾਇਆ। ਗੁਰੂ ਜੀ ਨੇ ਕਿਹਾ, ਉਸ ਨੂੰ ਸਵੇਰੇ ਬੁਲਾਓ, ਉਸ ਦੀ ਸਾਰੀ ਖਬਰ ਸੁਣਾਂਗੇ ਤੇ ਫਿਰ ਆਪਣੀ ਗੱਲ ਉਚਾਰਨ ਕਰਾਂਗੇ। ਉਸ ਨੂੰ ਕਹਿ ਦਿਓ ਕਿ ਉਹ ਆਰਾਮ ਕਰੇ ਤੇ ਨਿਸ਼ਚਿੰਤ ਹੋ ਕੇ ਸਤਨਾਮ ਦਾ ਜਾਪ ਕਰੇ। ਕੁਝ ਸਮੇਂ ਬਾਅਦ ਭਾਈ ਗੁਰਦਿੱਤਾ ਬਾਹਰ ਆਇਆ ਤੇ ਗੁਰੂ ਜੀ ਨੇ ਜੋ ਕਿਹਾ ਸੀ ਉਸ ਸਿੱਖ ਨੂੰ ਸੁਣਾਇਆ। ਫਿਰ ਜਦ ਰਾਤ ਹੋ ਗਈ, ਖੜੇ ਸਿਪਾਹੀ ਉਸ ਸਮੇਂ ਜਾਗ ਰਹੇ ਸਨ। ਜਮਾਦਾਰ ਉਹਨਾਂ ਨੂੰ ਡਰਾ ਕੇ ਜਗਾਉਂਦਾ ਸੀ ਤੇ ਉਹ ਪਿੰਜਰੇ ਦੇ ਵੱਲ ਨਜ਼ਰ ਲਾਈ ਰੱਖਦੇ ਸਨ। ਜਦ ਅੱਧੀ ਰਾਤ ਬੀਤ ਗਈ, ਗੁਰੂ ਜੀ ਅਲੋਪ ਹੋ ਗਏ। ਗੁਰੂ ਜੀ ਦਾ ਸਰੀਰ ਦਿਖਾਈ ਨਹੀਂ ਸੀ ਦਿੰਦਾ। ਸਿਪਾਹੀ ਇੱਧਰ ਉੱਧਰ ਵੇਖਦਾ ਖੜਾ ਸੀ ਤੇ ਤੁਰੰਤ ਉਹ ਬੋਲਿਆ, ਗੁਰੂ ਜੀ ਹੁਣ ਨਹੀਂ ਹਨ। ਤਾਲੇ ਅਤੇ ਸੰਗਲ ਉਸ ਤਰ੍ਹਾਂ ਹੀ ਬੰਦ ਦਿਸਦੇ ਹਨ। ਦਰਵਾਜ਼ਾ ਪਹਿਲਾਂ ਵਾਂਗ ਹੀ ਬੰਦ ਹੈ। ਇਹ ਸੁਣ ਕੇ ਦਰੋਗਾ ਭੱਜਾ ਆਇਆ ਤੇ ਸਭ ਥਾਂ ਵੇਖਣ ਲੱਗਾ, ਪਰ ਬਾਹਰ ਨਿਕਲਣ ਦਾ ਕੋਈ ਵੀ ਰਾਹ ਨਾ ਪਾਇਆ। ਕਿਵੇਂ ਕਿੱਥੇ ਚਲੇ ਗਏ ਹਨ, ਮਨ ਵਿੱਚ ਬੜਾ ਹੈਰਾਨ ਹੋਇਆ। ਸਿਪਾਹੀ ਨੂੰ ਉਹ ਕਹਿਣ ਲੱਗਾ, ਧੀਰਜ ਨਾਲ ਹੌਲੀ ਹੌਲੀ ਬਚਨ ਬੋਲੋ, ਉੱਚੀ ਨਾ ਸੁਣਾਓ, ਫਿਰ ਵੱਡਾ ਰੌਲਾ ਪੈ ਜਾਏਗਾ। ਜੇਲ੍ਹ ਦੇ ਸਾਰੇ ਦਰਵਾਜ਼ੇ ਵੇਖੇ, ਫਿਰ ਜਾ ਕੇ ਕੋਠਿਆਂ 'ਤੇ ਚੜ੍ਹ ਗਏ। ਹੇਠਾਂ ਉੱਪਰ ਸਾਰੇ ਖੋਜ ਕੀਤੀ, ਵੇਖ ਵੇਖ ਕੇ ਬਹੁਤ ਡਰ ਗਏ ਤੇ ਦਿਲ ਕੰਬ ਗਏ। ਬਹੁਤ ਹੈਰਾਨ ਸਨ, ਕੋਈ ਵੀ ਉਪਾਅ ਨਹੀਂ ਸੀ ਚੱਲਦਾ। ਭਾਈ ਗੁਰਦਿੱਤੇ ਨੂੰ ਸੁਣਾ ਕੇ ਕਿਹਾ, ਗੁਰੂ ਜੀ ਕਿੱਥੇ ਚਲੇ ਗਏ ਹਨ? ਲੱਭ ਨਹੀਂ ਰਹੇ ਹਨ, ਕਿਤੇ ਵੀ ਮਿਲੇ ਨਹੀਂ। ਸਾਨੂੰ ਦੱਸ ਦਿਓ, ਨਹੀਂ ਤਾਂ ਮਾਰ ਪਵਾਵਾਂਗੇ। ਮੈਂ ਕੀ ਜਾਣ ਸਕਦਾ ਹਾਂ, ਮੈਨੂੰ ਤਾਂ ਦੂਰ ਖੜਾ ਕੀਤਾ ਸੀ। ਰਾਤ ਸਮੇਂ ਮੈਨੂੰ ਪਾਸ ਨਹੀਂ ਜਾਣ ਦਿੰਦੇ ਹੋ। ਜਮਾਦਾਰ ਸਹਿਤ ਫਿਰ ਸਾਰੇ ਸਿਪਾਹੀਆਂ ਨੇ ਆਪਣੇ ਮਨ ਵਿੱਚ ਨਿਸ਼ਚਾ ਕੀਤਾ, ਕਾਮਲ ਕਰਾਮਾਤ ਕਰਕੇ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਚਲੇ ਗਏ ਹਨ। ਇੱਕ ਬੋਲਿਆ, ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ, ਹੁਣ ਪਿੰਜਰੇ ਵਿੱਚ ਬੈਠ ਕੇ ਦੁੱਖ ਲੱਗਦਾ ਹੈ। ਐਸਾ ਨਾ ਹੋਵੇ ਨਿਕਲ ਕੇ ਕਿਤੇ ਚਲੇ ਜਾਣ। ਜਦ ਉਹ ਆਪ ਵੱਡੇ ਸਮਰੱਥ ਹਨ ਤਾਂ ਐਸੇ ਦੁੱਖ ਕਿਉਂ ਬਰਦਾਸ਼ਤ ਕਰਨਗੇ? ਦਰੋਗੇ ਨੇ ਕਿਹਾ, ਉਹ ਇੱਕ ਰਸ ਰਹਿੰਦੇ ਹਨ। ਮਸਕੀਨਤਾ, ਉਦਾਸੀ ਅਤੇ ਦੁੱਖ ਉਹਨਾਂ ਦੇ ਚਿਹਰੇ ਉੱਤੇ ਕਦੀ ਵੀ ਨਹੀਂ ਵੇਖਦੇ ਹਾਂ। ਸਦਾ ਹੀ ਕਮਲ ਦੇ ਫੁੱਲ ਵਾਂਗ ਖਿੜੇ ਰਹਿੰਦੇ ਹਨ। ਕਦੀ ਵੀ ਦੀਨਤਾ ਵਾਲੇ ਬਚਨ ਨਹੀਂ ਬੋਲਦੇ ਹਨ, ਰਾਜੇ ਮਹਾਰਾਜਿਆਂ ਵਾਂਗ ਬੋਲਦੇ ਹਨ। ਦੁਸ਼ਟ ਬਾਦਸ਼ਾਹ ਸਾਨੂੰ ਫੜ ਲਵੇਗਾ, ਪਤਾ ਨਹੀਂ ਕੈਸੀ ਸਜ਼ਾ ਦੇ ਦੇਵੇਗਾ। ਜਾਂ ਹੁਣ ਸਾਰੇ ਮਿਲ ਕੇ ਭੱਜ ਜਾਈਏ, ਕਿਸੇ ਹੋਰ ਥਾਂ ਜਾ ਕੇ ਰਹੀਏ ਤੇ ਆਪਣੀ ਜਾਨ ਬਚਾ ਲਈਏ। ਜਾਂ ਹਿੰਦੂਆਂ ਦੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਵੇਰ ਹੋਣ ਤੱਕ ਆਦਰ ਨਾਲ ਸਿਮਰਨ ਕਰੋ, ਉਹ ਸਾਡੀ ਰੋਜ਼ੀ ਨਾਸ਼ ਨਹੀਂ ਕਰਨਗੇ। ਇਸ ਥਾਂ ਹੀ ਫਿਰ ਆ ਕੇ ਪ੍ਰਗਟ ਹੋਣਗੇ। ਬਹੁਤ ਦੁਖੀ ਹੋ ਕੇ ਹੈਰਾਨ ਹੋ ਰਹੇ ਸਨ। ਜੇ ਬਾਦਸ਼ਾਹ ਪੁੱਛੇਗਾ ਤਾਂ ਅਸੀਂ ਕੀ ਕਹਾਂਗੇ? ਕਰਾਮਾਤ ਕਰਕੇ ਨਿਕਲ ਗਏ। ਬਾਦਸ਼ਾਹ ਇਹ ਨਹੀਂ ਮੰਨੇਗਾ, ਇਹਨਾਂ ਨੇ ਕੱਢ ਦਿੱਤੇ ਹਨ, ਸਾਨੂੰ ਕਹੇਗਾ। ਚਿੰਤਾ ਨਾਲ ਆਤਰ ਹੋ ਕੇ ਗੁਰੂ ਜੀ ਦੀ ਸੂਰਤ ਨੂੰ ਯਾਦ ਕਰਦੇ ਸਨ, ਕਦੀ ਨਾਮ ਲੈਂਦੇ ਸਨ। ਇਸ ਤਰ੍ਹਾਂ ਮਿਲ ਕੇ ਝੂਰਦੇ ਸਨ। ਸਾਰੇ ਪਿੰਜਰੇ ਦੇ ਪਾਸ ਖੜੇ ਸਨ, ਵਿਚਾਰਦੇ ਸਨ ਕਿ ਨੌਕਰੀ ਕਰਨੀ ਬਹੁਤ ਕਠਿਨ ਹੈ। ਇਸ ਤਰ੍ਹਾਂ ਵੇਖਦਿਆਂ ਸੂਰਜ ਨਿਕਲਣ ਦਾ ਸਮਾਂ ਹੋ ਗਿਆ। ਅਚਾਨਕ ਤਦ ਗੁਰੂ ਜੀ ਦੇ ਦਰਸ਼ਨ ਹੋ ਗਏ। ਪਹਿਲਾਂ ਵਾਂਗ ਪਿੰਜਰੇ ਵਿੱਚ ਕਿਰਪਾ ਨਿਧਾਨ ਗੁਰੂ ਜੀ ਸੁਖ ਸਹਿਤ ਬੈਠੇ ਸਨ, ਸੂਰਜ ਵਾਂਗ ਦਿਖਾਈ ਦੇ ਰਹੇ ਸਨ। ਕਮਲ ਦੇ ਮੁਖ ਵਾਂਗ ਮੁਖੜਾ ਖਿੜਿਆ ਹੋਇਆ ਸੀ। ਧੰਨ ਧੰਨ ਸਾਰਿਆਂ ਨੇ ਕਿਹਾ ਤੇ ਹੱਥ ਜੋੜ ਕੇ ਵੰਦਨਾ ਕੀਤੀ। ਪ੍ਰਸੰਨ ਹੋ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਜਮਾਦਾਰ ਨੇ ਦੀਨ ਬਣ ਕੇ ਉਚਾਰਨ ਕੀਤਾ, ਇਸ ਧਰਤੀ 'ਤੇ ਤੁਹਾਡੀ ਮਹਾਨ ਮਹਿਮਾ ਹੈ। ਮੈਂ ਹੁਣ ਨਿਸ਼ਚੈ ਕਰਕੇ ਹਿਰਦੇ ਵਿੱਚ ਜਾਣਿਆ ਹੈ। ਆਪਣੇ ਸੇਵਕਾਂ ਦੇ ਲੋਕ ਪਰਲੋਕ ਸੁਖੀ ਕਰਦੇ ਹੋ। ਹੁਣ ਮੇਰੇ ਵੱਡੇ ਭਾਗ ਜਾਗ ਪਏ ਹਨ। ਮੈਨੂੰ ਆਪਣਾ ਮੁਰੀਦ ਬਣਾਓ। ਨਿਕਲ ਕੇ ਬਾਹਰ ਚੱਲੋ। ਮੈਂ ਆਪ ਜੀ ਦੀ ਸੇਵਾ ਕਰਾਂਗਾ ਤੇ ਸਦਾ ਹੀ ਨਾਲ ਰਹਾਂਗਾ। ਮੇਰੀ ਮਰਜ਼ੀ ਦੇ ਜਿੰਨੇ ਵੀ ਸਿਪਾਹੀ ਹਨ ਨਾਲ ਚੱਲਣਗੇ ਤੇ ਸਦਾ ਤੁਹਾਡੇ ਪਾਸ ਰਹਿਣਗੇ। ਤੁਸੀਂ ਸੰਕਟ ਵਿੱਚ ਪੈ ਕੇ ਕਿਉਂ ਕੈਦ ਸਹਾਰਦੇ ਹੋ? ਦੁਸ਼ਟ ਬਾਦਸ਼ਾਹ ਬੜੇ ਹੱਠ ਵਾਲਾ ਹੈ। ਜਗ ਤੇ ਸਾਡਾ ਉਧਾਰ ਕਰੋ। ਇਹ ਸ਼ੁਭ ਸਲਾਹ ਹਿਰਦੇ ਵਿੱਚੋਂ ਨਾ ਟਾਲੋ। ਦਰੋਗੇ ਪਾਸੋਂ ਇਸ ਤਰ੍ਹਾਂ ਸੁਣ ਕੇ ਗੁਰੂ ਜੀ ਬਹੁਤ ਹੱਸੇ ਤੇ ਮੁਖ ਤੋਂ ਮੁਸਕਰਾ ਕੇ ਇਸ ਤਰ੍ਹਾਂ ਕਿਹਾ,
ਤੂੰ ਹਿਰਦੇ ਵਿੱਚ ਸ਼ਰਧਾ ਧਾਰਨ ਕੀਤੀ ਹੈ। ਬਾਦਸ਼ਾਹ ਜਿਹੜਾ ਮਾੜੀ ਮੱਤ ਵਾਲਾ ਹੈ, ਉਸ ਦੀ ਦੁਰਮਤ ਤੂੰ ਆਪਣੇ ਵਿੱਚੋਂ ਦੂਰ ਕਰ ਦਿੱਤੀ ਹੈ। ਇਸ ਦੇ ਫਲ ਵਜੋਂ ਵੱਡਾ ਸੁੱਖ ਪ੍ਰਾਪਤ ਕਰੇਗਾ ਤੇ ਅੱਗੇ ਤੇਰਾ ਵੰਸ਼ ਬਹੁਤ ਵਧੇਗਾ। ਆਪਣੇ ਆਸ਼ੇ ਅਸੀਂ ਤੈਨੂੰ ਸੁਣਾਉਂਦੇ ਹਾਂ। ਬਾਦਸ਼ਾਹ ਦੇ ਸਿਰ ਦੋਸ਼ ਚੜਾਵਾਂਗੇ। ਤੁਰਕਾਂ ਦੇ ਸਾਰੇ ਤੇਜ ਨੂੰ ਖਤਮ ਕਰ ਦਿਆਂਗੇ, ਜਿਵੇਂ ਅੱਗ ਉੱਤੇ ਪਾਰਾ ਨਹੀਂ ਠਹਿਰਦਾ ਹੈ। ਜੇ ਅਸੀਂ ਕਿਧਰੇ ਜਾਣ ਵਾਸਤੇ ਛੁਟਕਾਰਾ ਚਾਹੁੰਦੇ ਤਾਂ ਫਿਰ ਆਪ ਆ ਕੇ ਕੈਦ ਵਿੱਚ ਕਿਉਂ ਪੈਂਦੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹਨਾਂ ਮੁਗਲਾਂ ਨੂੰ ਵਰ ਹੋਇਆ ਹੈ ਤੇ ਜਗਤ ਦਾ ਰਾਜ ਬਾਬਰ ਨੇ ਉਹਨਾਂ ਪਾਸੋਂ ਲਿਆ ਹੈ। ਸਾਰੇ ਗੁਰੂ ਜੀ ਦੇ ਬਚਨ ਅਟਲ ਹਨ, ਜਿਵੇਂ ਹਵਾ ਨਾਲ ਸੁਮੇਰ ਪਰਬਤ ਨਹੀਂ ਹਿਲਦਾ ਹੈ। ਮੇਰਾ ਪੁਸ਼ਤਾਂ ਤੱਕ ਰਾਜ ਰਹੇ। ਜਦ ਇਹ ਵਰ ਬਾਬਰ ਨੇ ਮੰਗਿਆ ਸੀ, ਤਦ ਕਿਰਪਾ ਨਿਧਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਸੀ, ਤੇਰੀ ਕੁਲ ਵਿੱਚ ਜਦ ਅਨਿਆਏ ਆ ਜਾਵੇਗਾ, ਤਦ ਝੂਠਾ ਕਰਕੇ ਆ ਕੇ ਰਾਜ ਖੋਹ ਲਵਾਂਗੇ। ਹੁਣ ਇਸ ਨੇ ਜਗਤ ਨੂੰ ਬਹੁਤ ਦੁਖੀ ਕੀਤਾ ਹੈ ਤੇ ਹਿੰਦੂਆਂ ਨੂੰ ਧਰਮ ਰਹਿਤ ਕਰਨਾ ਚਾਹੁੰਦਾ ਹੈ। ਸੰਤ ਜਿਹੜੇ ਅਨੇਕਾਂ ਮਤਾਂ ਦੇ ਹਨ, ਉਹਨਾਂ ਦੇ ਇਸ ਨੇ ਪ੍ਰਾਣ ਨਾਸ਼ ਕਰ ਦਿੱਤੇ ਹਨ। ਬਹੁਤ ਤੁਰਕ ਜਿਹੜੇ ਉੱਚ ਕੋਟੀ ਦੇ ਦਰਵੇਸ਼ ਸਨ, ਇਸ ਨੇ ਉਹਨਾਂ ਨੂੰ ਬਹੁਤ ਕਸ਼ਟ ਦੇ ਕੇ ਮਾਰ ਦਿੱਤਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਰ ਨੂੰ ਜਾਣੋ, ਇਸ ਨੂੰ ਕੋਈ ਵੀ ਨਾਸ਼ ਨਹੀਂ ਕਰ ਸਕਦਾ। ਹਿੰਦੂ ਤੁਰਕ ਕਮਲ ਦੇ ਫੁੱਲ ਵਾਂਗ ਹਨ, ਜਿਹੜੇ ਸਾਰੇ ਰਾਤ ਦੇ ਚੰਦ ਨੂੰ ਵੇਖ ਕੇ ਦੁਖੀ ਹੁੰਦੇ ਹਨ। ਆਪਣਾ ਸਿਰ ਦੇ ਕੇ ਇਸ ਨੂੰ ਅਪਰਾਧੀ ਬਣਾਵਾਂਗਾ ਤੇ ਸਾਰੇ ਜਗਤ ਦੇ ਰੋਗ ਵਰਗੇ ਨੌਰੰਗੇ ਨੂੰ ਮਾਰਾਂਗਾ। ਸ਼ਰਧਾ ਭਾਵਨਾ ਸਹਿਤ ਤੈਨੂੰ ਜਾਣਿਆ ਹੈ, ਇਸ ਕਰਕੇ ਅਸੀਂ ਭੇਦ ਦੀ ਗੱਲ ਤੈਨੂੰ ਦੱਸੀ ਹੈ। ਵੇਖਦੇ ਰਹੋ ਜਿਵੇਂ ਹੁਣ ਹੁੰਦਾ ਹੈ। ਤੁਰਕ ਦੇ ਘਰੋਂ ਸਾਰਾ ਰਾਜ ਖੋਹ ਲਵਾਂਗੇ। ਦਰੋਗਾ ਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਭੇਦ ਨੂੰ ਜਾਣ ਗਿਆ ਤੇ ਉਸਨੇ ਗੁਰੂ ਜੀ ਨੂੰ ਬੰਦਨਾ ਕੀਤੀ। ਕਹਿਣ ਲੱਗਾ, ਹੇ ਸਤਿਗੁਰੂ ਜੀ, ਤੁਸੀਂ ਸਭ ਵਿਧੀਆਂ ਨਾਲ ਸਮਰੱਥ ਹੋ। ਇਸ ਜੱਗ ਵਿੱਚ ਛੱਡਣਾ ਛਡਾਉਣਾ ਸਭ ਆਪ ਜੀ ਦੇ ਹੱਥ ਵਿੱਚ ਹੈ। ਅਸੀਂ ਸ਼ਕਤੀਹੀਨ ਕੀ ਕਹਿ ਸਕਦੇ ਹਾਂ। ਤੁਸੀਂ ਭੂਤ ਭਵਿੱਖ ਜਾਣਨ ਵਿੱਚ ਨਿਪੁੰਨ ਹੋ। ਕਹਿੰਦਿਆਂ ਸੁਣਦਿਆਂ ਜਦ ਸਵੇਰ ਹੋ ਗਈ ਤਾਂ ਸਾਰਿਆਂ ਦੀ ਡਰ ਰੂਪੀ ਛਾਤੀ ਦੀ ਧੜਕਨ ਖਤਮ ਹੋ ਗਈ। ਫਿਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਸਾਡਾ ਇੱਕ ਸਿੱਖ ਬਾਹਰ ਰਹਿ ਗਿਆ ਹੈ, ਉਸ ਨੂੰ ਬੁਲਾ ਕੇ ਹੁਣ ਸਾਡੇ ਪਾਸ ਲਿਆਓ। ਸਾਡੇ ਵਾਲੇ ਪਾਸੇ ਤੋਂ ਹੁਣ ਨਿਸ਼ਚਿੰਤ ਰਹਿ ਕੇ ਪ੍ਰਵਾਸਾ ਕਰੋ। ਇਹ ਸੁਣ ਕੇ ਦਰੋਗੇ ਨੇ ਪ੍ਰੇਮ ਧਾਰਨ ਕੀਤਾ ਤੇ ਹਿਰਦੇ ਵਿੱਚ ਗੁਰੂ ਜੀ ਦਾ ਵਿਸ਼ਾਲ ਪ੍ਰਭਾਵ ਜਾਣਿਆ। ਦਰੋਗਾ ਆਪ ਕੈਦਖਾਨੇ ਤੋਂ ਬਾਹਰ ਗਿਆ। ਉਸ ਸਿੱਖ ਨੂੰ ਲੱਭਿਆ ਜਿਹੜਾ ਲੁਕਿਆ ਹੋਇਆ ਸੀ। ਉਸ ਨੂੰ ਆਪਣੇ ਨਾਲ ਲੈ ਕੇ ਗਿਆ ਤੇ ਗੁਰੂ ਜੀ ਦੇ ਪਾਸ ਪਹੁੰਚਾ ਦਿੱਤਾ। ਪਹਿਲਾਂ ਜਿਹੜੀ ਸਾਵਧਾਨਤਾ ਵਰਤਦਾ ਸੀ, ਗੁਰੂ ਜੀ ਤੇ ਪ੍ਰਭਾਸਾ ਧਾਰਨ ਕਰਕੇ ਤਦ ਹਟ ਗਿਆ। ਸਮਝ ਗਿਆ ਕਿ ਗੁਰੂ ਜੀ ਮਹਾਨ ਸ਼ਕਤੀ ਸਹਿਤ ਆਪ ਹੀ ਇੱਥੇ ਆਏ ਹਨ। ਕੈਦ ਵਿੱਚ ਪੈਣ ਦਾ ਵੱਡਾ ਕਾਰਨ ਦੱਸਿਆ ਹੈ। ਉਹਨਾਂ ਦੀ ਅਸੀਂ ਕੀ ਰਖਵਾਲੀ ਕਰ ਸਕਦੇ ਹਾਂ। ਜੋ ਚਾਹੁਣ ਕਿਸੇ ਦੇਰ ਬਗੈਰ ਕਰ ਸਕਦੇ ਹਨ। ਅਸੀਂ ਮਾੜੀ ਮੱਤ ਵਾਲੇ ਉਹਨਾਂ ਦੀ ਸਖਤ ਨਿਗਰਾਨੀ ਰੱਖ ਕੇ ਕਿਉਂ ਦੁੱਖ ਪਾਈਏ। ਜਿਨ੍ਹਾਂ ਦੀ ਅਵਗਿਆ ਕਰਨ ਵਾਲੇ ਨਰਕ ਵਿੱਚ ਪੈਂਦੇ ਹਨ। ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਵੇਖ ਕੇ ਪੰਜਾਬ ਤੋਂ ਆਏ ਸਿੱਖ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਉਸੇ ਵੇਲੇ ਉਸ ਦੀਆਂ ਅੱਖਾਂ ਵਿੱਚ ਜਲ ਵਹਿ ਤੁਰਿਆ ਤੇ ਦਿਲ ਵਿੱਚ ਬਹੁਤ ਦੁੱਖ ਅਨੁਭਵ ਕੀਤਾ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 61ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।